वाहगुरु जी का खालसा, वाहगुरु जी की फतेह। प्यारे दर्शकों, विचार कर रहे हैं सूरज प्रकाश ग्रंथ विच ब्राह्मणवादी विचार ਜਿਹੜੇ ਕਿ ਕਵੀ ਵੱਲੋਂ ਥਾਂ ਥਾਂ ਦੇ ਉੱਤੇ ਪਾਏ ਗਏ ਹਨ, ਵੱਖ-ਵੱਖ ਕਹਾਣੀਆਂ ਨਾਲ ਜੋੜ ਕੇ। ਇਸ ਦਾ ਕਾਰਨ ਆਪਾਂ ਦੇਖਿਆ ਸੀ ਕਿ ਉਹ ਜਿਸ ਰਾਜੇ ਦੇ ਕੋਲ ਨੌਕਰ ਬਣ ਗਿਆ ਸੀ, ਉਸ ਰਾਜੇ ਦੇ ਕੋਲ ਨੌਕਰ ਪੰਡਿਤ ਸਨ, ਜਿਨ੍ਹਾਂ ਦੀ ਸੰਗਤ ਵਿੱਚ ਰਹਿ ਕੇ ਕਵੀ ਸੰਤੋਖ ਸਿੰਘ ਨੇ ਬ੍ਰਾਹਮਣਵਾਦ ਦਾ ਪ੍ਰਭਾਵ ਕਬੂਲਿਆ ਤੇ ਥਾਂ ਥਾਂ ਉੱਤੇ ਗੁਰਮਤਿ ਨੂੰ ਖੋਰਾ ਲਾਇਆ, ਵੱਟਾ ਲਾਇਆ। ਸੋ ਇਸ ਸੰਬੰਧ ਵਿੱਚ ਜੇ ਮਹਾਨ ਕੋਸ਼ ਵੱਲ ਜਾਈਏ ਤਾਂ ਉੱਥੇ ਆਪਾਂ ਇਹ ਦੇਖਿਆ ਸੀ ਕਿ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਭਾਈ ਸਾਹਿਬ ਨੂੰ ਗੁਰਮਤਿ ਵਿੱਚ ਪੂਰੀ ਸ਼ਰਧਾ ਤੇ ਪ੍ਰੇਮ ਸੀ, ਸ਼ਰਧਾ ਪ੍ਰੇਮ ਹੀ ਸੀ, ਪਰ ਗੁਰਬਾਣੀ ਦੀ ਕੋਈ ਸਟੱਡੀ ਨਹੀਂ ਸੀ। ਜੇ ਸਟੱਡੀ ਸੀ ਵੀ ਤਾਂ ਉਸ ਨੂੰ ਅੱਖੋਂ ਪਰੋਖੇ ਕਰਕੇ ਪੰਡਤਾਂ ਦੇ ਚੱਕਰ ਵਿੱਚ ਆ ਕੇ ਬ੍ਰਾਹਮਣਵਾਦ ਦੇ ਘੇਰੇ ਵਿੱਚ ਕਵੀ ਫਸ ਗਿਆ। ਪਰ ਪੰਡਤਾਂ ਦੀ ਸੰਗਤ ਅਤੇ ਪ੍ਰੇਰਣਾ ਦੁਆਰਾ ਕੀ ਪ੍ਰੇਰਣਾ ਦਿੰਦੇ ਸੀ ਕਿ ਜੇ ਆਪ ਗੁਰੂਆਂ ਦੀ ਕਥਾ ਨੂੰ ਪੁਰਾਣ ਰੀਤੀ ਅਨੁਸਾਰ, ਪੁਰਾਣੀ ਤੇ ਮਤਲਬ ਜਿਹੜੇ ਪੁਰਾਣ 18 ਪੁਰਾਣ ਕਹੇ ਜਾਂਦੇ ਹਨ, ਉਹਨਾਂ ਦੇ ਪ੍ਰਭਾਵ ਹੇਠ ਉਸ ਢੰਗ ਨਾਲ ਲਿਖੋਗੇ, ਪੁਰਾਣ ਰੀਤੀ ਅਨੁਸਾਰ ਅਵਤਾਰਾਂ ਜਿਹੀ ਕਥਾ ਲਿਖੋਗੇ, ਅਵਤਾਰਾਂ ਵਰਗੀ, ਅਤੇ ਸ਼ਾਸਤਰਾਂ ਤੋਂ ਵਿਰੁੱਧ ਆਪ ਦੇ ਪੁਸਤਕ ਨਹੀਂ ਹੋਣਗੇ, ਮਤਲਬ ਸ਼ਾਸਤਰਾਂ ਦੇ ਮੁਤਾਬਕ ਜਿਹੜੇ 6 ਸ਼ਾਸਤਰ ਹੋਏ ਹਨ ਉਹਨਾਂ ਦੀ ਸਿੱਖਿਆ ਦੇ ਮੁਤਾਬਕ ਹੀ ਆਪ ਦੇ ਜੇ ਪੁਸਤਕ ਹੋਣਗੇ ਤਾਂ ਉਹਨਾਂ ਦਾ ਬਹੁਤ ਪ੍ਰਚਾਰ ਹੋਊ ਅਤੇ ਆਪ ਸਭ ਆਪ ਦੀ ਰਚਨਾ ਨੂੰ ਆਦਰ ਨਾਲ ਪੜ੍ਹਨਗੇ। ਤਾਂ ਇਹ ਗੱਲਾਂ ਦੇ ਪ੍ਰਭਾਵ ਥੱਲੇ ਆ ਕੇ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਉਹ ਕਈ ਥਾਈਂ ਟਪਲਾ ਖਾ ਗਏ ਹਨ, ਕਈ ਥਾਈਂ ਟਪਲਾ ਖਾ ਗਏ, ਟਪਲਾ ਨਹੀਂ ਟਪਲੇ ਖਾ ਗਏ। ਬਹੁਤ ਥਾਵਾਂ ਦੇ ਉੱਤੇ ਟਪਲੇ ਜਿਹੜੇ ਖਾਧੇ ਹਨ, ਥਾਂ ਥਾਂ ਦੇ ਉੱਤੇ। ਤਾਂ ਜੇ ਲਿਖਤ ਵਿੱਚੋਂ ਟਪਲੇ ਕੱਢਣ ਲੱਗ ਜਾਵੇ ਕੋਈ ਤਾਂ ਬਹੁਤ ਥੋੜ੍ਹਾ ਜਿਹਾ ਆਕਾਰ ਰਹਿ ਜਾਏਗਾ ਇਸ ਗ੍ਰੰਥ ਦਾ, ਬਹੁਤਾ ਨਹੀਂ ਬਚੇਗਾ, ਥਾਂ ਥਾਂ ਟਪਲੇ ਹਨ। ਤਾਂ ਇਸ ਤਰ੍ਹਾਂ ਭਾਈ ਕਾਹਨ ਸਿੰਘ ਨਾਭਾ ਨੇ ਇਸ ਕਵੀ ਬਾਰੇ ਮਹਾਨ ਕੋਸ਼ ਵਿੱਚ ਇਸ ਤਰ੍ਹਾਂ ਲਿਖਿਆ ਹੈ। ਜਿਹੜਾ ਉਹਨਾਂ ਦਾ ਗੁਰਮਤਿ ਸੁਧਾਕਰ ਹੈ ਭਾਈ ਕਾਹਨ ਸਿੰਘ ਨਾਭਾ ਦਾ, ਉਸ ਵਿੱਚ ਵੀ ਇਹਨਾਂ ਨੇ ਇਸੇ ਗੱਲ ਦਾ ਜ਼ਿਕਰ ਕੀਤਾ। ਹੁਣ ਆਪਾਂ ਵਿਚਾਰ ਕਰਦੇ ਹਾਂ ਤੀਜੀ ਰਾਸ਼ੀ ਹੈ, ਕਿਉਂਕਿ 12 ਰਾਸ਼ੀਆਂ ਵਿੱਚ ਵੰਡਿਆ ਹੋਇਆ ਹੈ ਸੂਰਜ ਪ੍ਰਕਾਸ਼। ਇਹ ਤੀਜੀ ਰਾਸ਼ੀ ਆ, ਇਹਦਾ ਅੰਸ਼ੂ ਨੰਬਰ 30 ਹੈ। ਇਹਦੇ ਵਿੱਚ ਕਵੀ ਸੰਤੋਖ ਸਿੰਘ ਨੇ ਕੀ ਲਿਖਿਆ, ਸੋ ਇਹ ਇਸ ਤਰ੍ਹਾਂ ਕੁਝ ਆਰਟੀਕਲ ਬਣਾਏ ਸਨ ਜਿਹੜੇ ਕਿ khalsanews.org ਉੱਤੇ ਇਹ ਪੋਸਟ ਹੋਏ ਸਨ। khalsanews.org ਇਹਦੇ ਉੱਪਰ ਪੋਸਟ ਹੋਏ ਸਨ ਅਤੇ ਇਹ ਪੋਸਟ ਉੱਥੋਂ ਹੈ। ਜੇ ਕਿਸੇ ਨੇ ਇਹ ਸਾਰੇ ਦੇਖਣੇ ਹੋਣ
ਤਾਂ ਉਹ khalsanews.org ਉੱਤੇ ਜਾ ਕੇ ਜਨਵਰੀ, ਫਰਵਰੀ, ਮਾਰਚ 3 ਮਹੀਨੇ 2020 ਵਾਲੇ ਉਹਨਾਂ ਵਿੱਚ ਆਰਟੀਕਲ ਪੜ੍ਹ ਸਕਦੇ ਹਨ। ਜਨਵਰੀ, ਫਰਵਰੀ, ਮਾਰਚ ਦੇ 2020 ਦੇ ਇਹ 3 ਮਹੀਨੇ। ਹੋਰ ਬਹੁਤ ਕੁਛ ਵਧੀਆ ਵਧੀਆ ਉੱਥੇ ਇਨਫੋਰਮੇਸ਼ਨ ਪਈ, ਆਰਟੀਕਲ ਪਏ ਹਨ। ਸੋ ਇਹ ਸੀ 5ਵੇਂ ਗੁਰੂ ਜੀ ਤੋਂ ਲੰਗਰ ਵਿੱਚ ਜਾਤੀ ਭੇਵ ਕਰਾਇਆ ਗਿਆ। ਜਦੋਂ ਜਗ ਕੀਤਾ 5ਵੇਂ ਗੁਰੂ ਜੀ ਨੇ, ਇਹ ਕਵੀ ਕਹਿੰਦਾ ਜਗ ਕੀਤਾ। ਜਗ ਜਿਹੜਾ ਹੈ ਹਿੰਦੂ ਰੀਤੀ ਅਨੁਸਾਰ ਰਿਸ਼ੀਆਂ ਮੁਨੀਆਂ ਵੇਲੇ ਹੋਇਆ ਕਰਦੇ ਸਨ। ਸਿੱਖਾਂ ਵਿੱਚ ਜਗ ਨਹੀਂ, ਲੰਗਰ ਦੀ ਪ੍ਰਥਾ ਹੈ, ਜਗ ਦੀ ਪ੍ਰਥਾ ਨਹੀਂ ਹੈ। ਪਰ ਫਿਰ ਵੀ ਇਸ ਨੇ ਲਿਖਿਆ ਵੀ ਜਗ ਕਰਵਾਇਆ। ਤੋ ਇਸ ਤੀਜੀ ਰਾਸ਼ੀ ਦੇ ਅੰਸ਼ੂ 30 ਵਿੱਚ ਜੇ ਪੜ੍ਹ ਕੇ ਦੇਖੀਏ ਤਾਂ ਉੱਥੇ ਕਵੀ ਲਿਖਦਾ ਹੈ ਵੀ ਇੱਕ ਦਿਨ ਹਰਗੋਬਿੰਦ ਬਾਲਕ ਨੂੰ ਸਖਤ ਬੁਖਾਰ ਹੋ ਗਿਆ ਤੇ ਗੁਰੂ ਜੀ ਨੇ ਕੀ ਕੀਤਾ, ਮੰਤਰ ਪੜ੍ਹ ਕੇ, ਸਤਨਾਮ ਦਾ ਮੰਤਰ ਪੜ੍ਹ ਕੇ ਸਰੀਰ ਤੇ ਹੱਥ ਫੇਰਿਆ ਤਾਂ ਬੁਖਾਰ ਉਤਰ ਗਿਆ। ਤੇ ਕਵੀ ਕਹਿੰਦਾ ਹੈ ਫਿਰ ਗੁਰੂ ਜੀ ਨੇ ਉੱਥੇ ਬਾਣੀ ਪੜ੍ਹੀ, ਮੇਰਾ ਸਤਿਗੁਰ ਖਵਾਲਾ ਹੋਇਆ। ਤੋ ਇਸ ਤਰ੍ਹਾਂ ਸਤਨਾਮ ਪੜ੍ਹ ਕੇ ਸਰੀਰ ਤੇ ਹੱਥ ਫੇਰਨਾ ਇਹ ਵੀ ਮੰਤਰਾਂ ਤੰਤਰਾਂ ਦੀ ਇੱਕ ਰੀਤੀ ਹੈ। ਇਹ ਵੀ ਕਰਾਮਾਤ ਹੈ ਜਿਹੜੀ ਇਸ ਨੇ ਗੁਰੂ ਜੀ ਨਾਲ ਜੋੜੀ ਹੈ। ਫਿਰ ਕਵੀ ਕਹਿੰਦਾ ਜਦੋਂ ਸਾਹਿਬਜ਼ਾਦੇ ਨੂੰ ਆਰਾਮ ਆ ਗਿਆ ਬੁਖਾਰ ਤੋਂ ਤਾਂ ਫਿਰ ਗੁਰੂ ਜੀ ਨੇ ਜਗ ਕੀਤਾ। ਗੁਰੂ ਜੀ ਨੇ ਜਗ ਕੀਤਾ, ਜਗ ਲਿਖਿਆ। ਤਾਂ ਦੋਸਤ ਲਿਖਿਆ ਕਿ ਬਾਲ ਹਰਗੋਬਿੰਦ ਨੂੰ ਬੁਖਾਰ ਹੋਇਆ, ਠੀਕ ਹੋਣ ਤੇ ਗੁਰੂ ਜੀ ਨੇ ਜਗ ਕੀਤਾ, ਜਿਸ ਵਿੱਚ ਸੰਗਤਾਂ ਨੂੰ ਜਾਤ ਦੇ ਆਧਾਰ ਤੇ ਵੰਡ ਕੇ ਵੱਖ-ਵੱਖ ਪੰਗਤਾਂ ਵਿੱਚ ਬਿਠਾਇਆ ਗਿਆ। ਜਾਤ ਦੇ ਆਧਾਰ ਤੇ ਵੰਡ ਕੇ, ਜਾਤ ਦੇ ਆਧਾਰ ਨਾਲ ਵੱਖ-ਵੱਖ ਜਾਤਾਂ ਦੇ ਲੋਕਾਂ ਨੂੰ ਵੱਖ-ਵੱਖ ਪੰਕਤੀਆਂ ਬਣਾ ਕੇ ਉੱਥੇ ਬਿਠਾਇਆ ਗਿਆ ਕਿ ਇੱਕ ਦੂਜੇ ਨਾਲ ਬੈਠ ਕੇ ਭੇਟਣਾ ਦੇਣ ਇੱਕ ਦੂਜੇ ਨੂੰ। ਕੀ ਇਹ ਗੱਲਾਂ ਗੁਰਮਤਿ ਅਨੁਸਾਰ ਜਿਹੜੀਆਂ ਉਹ ਪ੍ਰਵਾਨ ਹਨ? ਕਿ ਸੰਗਤ ਵਿੱਚ ਲੋਕਾਂ ਨੂੰ ਜਾਤ ਦੇ ਆਧਾਰ ਤੇ ਬਿਠਾਉਣ ਦੀ ਪ੍ਰਥਾ ਜਿਹੜੀ ਆ ਉਹ ਪਹਿਲਾਂ ਸਤਿਗੁਰੂ ਜੀ ਪਾ ਗਏ ਸਨ ਕਿ ਜਿਹੜੀ 5ਵੇਂ ਗੁਰੂ ਜੀ ਨੇ ਉਸ ਨੂੰ ਅਪਣਾ ਲਿਆ? ਸੋ ਇਹ ਗਪੌੜ ਜਿਹੜੇ ਹਨ ਇੱਦਾਂ ਦੇ, ਇਹਨਾਂ ਬਾਰੇ ਬੋਲਦਾ ਕੋਈ ਨਹੀਂ ਸਟੇਜ ਤੋਂ। ਜਿੱਥੇ ਵੀ ਕਥਾ ਕੀਤੀ ਜਾਂਦੀ ਹੈ ਸੂਰਜ ਪ੍ਰਕਾਸ਼ ਦੀ, ਉੱਥੇ ਕਵੀ ਨੂੰ ਬਚਾਉਣ ਵਿੱਚ ਹਰ ਕੋਈ ਜੁਟਿਆ ਹੈ ਵੀ ਕਵੀ ਨੂੰ ਬਚਾਇਆ ਜਾਵੇ ਤੇ ਕਵੀ ਦਾ ਗ੍ਰੰਥ ਬਚਾਇਆ ਜਾਵੇ ਤਾਂ ਕਿ ਉਹ ਉਹਨਾਂ ਦੀ ਕਥਾ ਚੱਲਦੀ ਰਹੇ। ਤੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਸਟੇਜ 'ਤੇ ਕੋਈ ਦੱਸ ਨਹੀਂ ਰਿਹਾ। ਤੇ ਆਮ ਪਾਠਕ ਜਿਹੜੇ ਹਨ ਉਹ ਏਡੀਆਂ ਵੱਡੀਆਂ ਕਿਤਾਬਾਂ ਪੜ੍ਹਦੇ ਨੇ, ਨਾ ਰੁਚੀ ਹੈ ਬਹੁਤੀ ਪੜ੍ਹਨ ਵਿੱਚ। ਭਾਵੇਂ ਬਹੁਤ ਸਾਰਾ ਜਿਹੜਾ ਸੋਸ਼ਲ ਮੀਡੀਆ ਉਹਦੇ ਉੱਪਰ ਇਹ ਚੀਜ਼ਾਂ ਉਪਲਬਧ ਹਨ PDF ਰੂਪ ਵਿੱਚ। ਇਹ ਸਾਨੂੰ ਸੂਰਜ ਪ੍ਰਕਾਸ਼ ਗ੍ਰੰਥ ਵੀ ਮਿਲਦਾ PDF ਫਾਰਮ ਵਿੱਚ। ਅਤੇ ਇਕੱਲੀ ਇਕੱਲੀ ਜਿਹੜੀ ਰਾਸ਼ੀ ਆ ਉਹਨੂੰ ਡਾਊਨਲੋਡ ਕਰਕੇ ਇਕੱਲੀ ਇਕੱਲੀ ਰਾਸ਼ੀ ਨੂੰ ਕੋਈ ਪੜ੍ਹ ਲਵੇ। ਪਰ ਇੰਨਾ ਸਮਾਂ ਜਿਹੜਾ ਹੈ ਉਹ ਕੋਈ ਕੱਢਦਾ ਨਹੀਂ, ਕਿਉਂਕਿ ਕਥਾਵਾਚਕਾਂ ਦੇ ਸਹਾਰੇ ਲੋਕ ਚੱਲ ਰਹੇ ਹਨ ਵੀ ਜੋ ਦੱਸਦੇ ਹਨ ਉਹੀ ਕੁਝ ਹੈ, ਇਸ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਤਾਂ ਫਿਰ ਸੰਗਤਾਂ ਨੂੰ ਜਾਤ ਦੇ ਆਧਾਰ 'ਤੇ ਵੰਡ ਕੇ ਵੱਖ-ਵੱਖ ਪੰਗਤ ਵਿੱਚ ਬਿਠਾਇਆ ਗਿਆ। ਦੇਖੋ ਕਵੀ ਦੀ ਇਸ ਬਾਰੇ ਲਿਖਤ ਜੋ ਗੁਰੂ ਜੀ ਦੀ ਘੋਰ ਨਰਾਦਰੀ ਕਰ ਰਹੀ ਹੈ। ਇੱਕ ਜਾਤ ਕਰੀ ਇੱਕ ਥਾਨ ਸਭੈ। ਤੋ ਇੱਕ ਥਾਂ ਤੇ ਇੱਕ ਜਾਤ ਦੇ ਲੋਕਾਂ ਨੂੰ ਬਿਠਾ ਦਿੱਤਾ ਗਿਆ, ਦੂਜੀ ਥਾਂ ਦੂਜੀ ਜਾਤ ਦੇ ਲੋਕਾਂ ਨੂੰ ਬਿਠਾ ਦਿੱਤਾ ਗਿਆ। ਤੇ ਸੁੱਚ ਭਿੱਟ ਜਿਹੜੀ ਆ ਇਹ ਗੁਰੂ ਘਰ ਵਿੱਚ ਵਾੜ ਦਿੱਤੀ ਹੈ, ਗੁਰੂ ਦੇ ਨਾਲ ਜੋੜਤੀ ਹੈ। ਵੀ ਗੁਰੂ ਜੀ ਇਹ ਸੁੱਚ ਭਿੱਟ ਤੋਂ ਡਰਦੇ ਸਨ ਵੀ ਕੋਈ ਛੋਟੀ ਜਾਤ ਦਾ ਵੱਡੀ ਜਾਤ ਦਾ। ਹਾਲਾਂਕਿ ਜਾਤ ਪਾਤ ਦਾ ਖੰਡਨ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੱਜ ਕੇ ਕੀਤਾ ਗਿਆ ਹੈ। ਅਤੇ ਗੁਰੂ ਗ੍ਰੰਥ ਸਾਹਿਬ ਬਾਣੀ ਕਹਿੰਦੀ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੈ। ਸਾਡੀ ਜਾਤ ਪਾਤ ਤਾਂ ਸਤਿਗੁਰੂ ਆ। ਅਤੇ ਇੱਥੇ ਪੰਜਵੇਂ ਪਾਤਸ਼ਾਹ ਕੋਲੋਂ ਇਹ ਭੇਦਭਾਵ ਕਰਵਾਇਆ ਗਿਆ, ਨਾਲੇ ਜਗ ਕਰਵਾਇਆ ਗਿਆ, ਨਾਲੇ ਭੇਦਭਾਵ ਕਰਵਾਇਆ ਗਿਆ। ਇੱਕ ਜਾਤ ਕਰੀ ਇੱਕ ਥਾਨ ਸਭੈ ਕਰ ਪਾਤ ਜੁਦੀ
ਸੋ ਜੁਦੀ ਸੋ ਤਵੈ। ਤੋ ਜਾਤ ਤੇ ਪਾਤ, ਗੋਤ ਦੇ ਹਿਸਾਬ ਨਾਲ ਵੀ, ਜਾਤ ਦੇ ਹਿਸਾਬ ਨਾਲ ਵੀ ਸਾਰਿਆਂ ਨੂੰ ਵਾਖਾ ਬਿਠਾ ਦਿੱਤਾ ਗਿਆ, ਇੱਕ ਦੂਜੇ ਨਾਲ ਨਹੀਂ ਬਿਠਾਇਆ ਗਿਆ। ਸਭ ਪੰਥਨੀ ਸੰਤ ਤਥਾ ਕਰਕੇ ਥਿਤੀ ਨਿਆਰਿਆ ਨਿਆਰੀਅਤਾ ਧਰਕ ਹੈ। ਤੋ ਇਹਦਾ ਮਤਲਬ ਹੈ ਕਿ ਸਾਰੀਆਂ ਜਾਤੀਆਂ ਦੇ ਲੋਕਾਂ ਨੂੰ ਵੱਖਰੀ ਵੱਖਰੀ ਪੰਗਤ 'ਚ ਬਿਠਾ ਕੇ ਫਿਰ ਗੁਰੂ ਜੀ ਨੇ ਪ੍ਰਸ਼ਾਦ ਛਕਾਇਆ। ਇਹਦਾ ਮਤਲਬ ਇਹ ਹੈ। ਤੋ ਪਿਆਰਿਓ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਭ ਨੂੰ ਇੱਕੋ ਪੰਗਤ 'ਚ ਬਿਠਾ ਕੇ ਭੋਜਨ ਛਕਾਉਣ ਦੀ ਮਰਜ਼ਾਦਾ ਚਲਾਈ ਸੀ, ਅਤੇ ਇਹ ਰੀਤੀ ਜਿਹੜੀ ਹੈ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਚੱਲੀ ਆ ਰਹੀ ਹੈ। ਤੇ ਫਿਰ ਇਹ ਪੰਜਵੇਂ ਗੁਰੂ ਜੀ ਤੋਂ ਇਹ ਐਸਾ ਕੰਮ ਜਿਹੜਾ ਹੈ ਕਵੀ ਸੰਤੋਖ ਸਿੰਘ ਨੇ ਕਿਉਂ ਕਰਾਇਆ, ਇਹ ਸੋਚਣ ਵਾਲੀ ਗੱਲ ਹੈ। ਲਿਖਾਰੀ ਦੀ ਇਹ ਕੀ ਕਹਿ ਸਕਦੇ ਹਾਂ, ਇਹ ਭੁੱਲ ਹੈ ਕਿ ਜਾਣ ਬੁੱਝ ਕੇ ਸਿੱਖੀ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਤੋੜਨ ਵਾਲੀ ਗੱਲ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚਾਰਧਾਰਾ ਨਾਲ ਇਹ ਗੱਲ ਮਿਲਦੀ ਨਹੀਂ ਕਿ ਵੱਖ-ਵੱਖ ਜਾਤਾਂ ਦੀਆਂ ਪੰਕਤੀਆਂ ਬਣਾਈਆਂ ਜਾਣ, ਵੱਖ-ਵੱਖ ਗੋਤਾਂ ਦੀਆਂ ਪੰਕਤੀਆਂ ਬਣਾਈਆਂ ਜਾਣ ਤਾਂ ਲੰਗਰ ਛਕਾਇਆ ਜਾਵੇ। ਤੋ ਹੈ ਨਾ ਗੋਪਾਲ ਗੁਰੂ ਜੀ ਤੋਂ ਹੀ ਸੰਗਤ ਵਿੱਚ ਜਾਤ ਪਾਤ ਦਾ ਵਿਤਕਰਾ ਕਰਵਾ ਦਿੱਤਾ, ਤੇ ਸਤਨਾਮ ਕਹਿ ਕੇ ਹੱਥ ਫੇਰ ਕੇ ਸਰੀਰ ਤੇ ਬਾਲਕ ਦਾ ਬੁਖਾਰ ਉਤਾਰ ਦਿੱਤਾ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਐਸਾ ਕਿਤੇ ਕੋਈ ਜ਼ਿਕਰ ਨਹੀਂ ਕਿ ਹੱਥ ਫੇਰਿਆ ਤੇ ਸਤਨਾਮ ਕਹਿ ਕੇ ਹੱਥ ਫੇਰਤਾ ਤੇ ਬੁਖਾਰ ਉਤਰ ਗਿਆ। ਇਹ ਕਰਾਮਾਤਾਂ ਜੋੜੀਆਂ ਗਈਆਂ ਹਨ। ਤੋ ਇਸ ਤਰ੍ਹਾਂ ਇਹ ਤੀਜੀ ਰਾਸ਼ੀ ਵਿੱਚ ਅੰਸ਼ੂ 30 ਵਿੱਚ ਕਵੀ ਸੰਤੋਖ ਸਿੰਘ ਨੇ ਇਸ ਤਰ੍ਹਾਂ ਪੰਜਵੇਂ ਪਾਤਸ਼ਾਹ ਦੇ ਬਾਰੇ ਜੋ ਇਹ ਗਲਤ ਬਿਆਨੀ ਕੀਤੀ ਹੈ ਕਿ ਉਹਨਾਂ ਨੇ ਵਿਤਕਰਾ ਕੀਤਾ ਹੈ, ਵੱਖ-ਵੱਖ ਜਾਤਾਂ ਤੇ ਪਾਤਾਂ ਦੇ ਲੋਕਾਂ ਨੂੰ ਵੱਖ-ਵੱਖ ਪੰਕਤੀਆਂ ਬਿਠਾ ਕੇ ਜੱਗ ਕੀਤਾ ਤੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ। ਮਿਲਦੇ ਹਾਂ ਫਿਰ ਅਗਾਂਹ ਇੱਕ ਹੋਰ ਵੀਡੀਓ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।